ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੇ ਉਸ ਤੋਂ ਪਹਿਲਾਂ ਵਿਚਾਰ ਇਹ ਰੱਖਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ। ਅੱਜ ਦੀ ਕਹਾਣੀ ਇੱਕ ਹਸਬੈਂਡ ਵਾਈਫ ਦੀ ਕਹਾਣੀ ਹੈ। ਇੱਕ ਵਾਈਫ ਆਪਣੇ ਘਰ ਦੀ ਸਫਾਈ ਕਰ ਰਹੀ ਹੈ, ਝਾੜ ਪੂੰਝ ਕਰ ਰਹੀ ਹੈ। ਤੇ ਝਾੜ ਪੂੰਝ ਕਰਦਿਆਂ ਇੱਕਦਮ ਧਿਆਨ ਮਾੜਾ ਜਿਹਾ ਹਟਿਆ ਤੇ ਝਾੜ ਪੂੰਝ ਵਾਲਾ ਕੱਪੜਾ ਇੱਕ ਸੋਹਣੇ ਜਿਹੇ ਤੋਹਫੇ ਦੇ ਉੱਤੇ ਵੱਜਾ, ਜਿਹੜਾ ਕਿ ਉਹਦੇ ਘਰ ਵਾਲੇ ਨੂੰ ਬਹੁਤ ਪਸੰਦ ਹੈ। ਇਹ ਤੋਹਫਾ ਹੁਣ ਜ਼ਮੀਨ ਦੇ ਉੱਤੇ ਡਿੱਗਾ ਤੇ ਚਕਨਾਚੂਰ ਹੋ ਚੁੱਕਾ। ਮਨ ਹੀ ਮਨ ਡਰਦੀ ਹੈ। ਘਰ ਵਾਲੇ ਦੇ ਕੋਲ ਇਹ ਆਖਰੀ ਨਿਸ਼ਾਨੀ ਸੀ ਉਹਦੀ ਮਾਂ ਦੀ, ਯਾਨੀ ਕਿ ਮੇਰੀ ਸੱਸ ਦੀ। ਇਹ ਤੇ ਬੜਾ ਸਾਂਭ ਕੇ ਰੱਖਦਾ। ਬੜੀ ਵਾਰੀ ਇਹਨੂੰ ਵੇਖ ਕੇ ਭਾਵੁਕ ਵੀ ਹੋ ਰਿਹਾ ਹੁੰਦਾ। ਹੁਣ ਕੀ ਕਰਾਂ, ਪਰ ਹੁਣ ਤੇ ਕੁਛ ਕਰ ਵੀ ਨਹੀਂ ਸਕਦੀ। ਕੰਕਰਾਂ ਇਕੱਠੀਆਂ ਕਰਕੇ ਬਿੰਨ ਦੇ ਵਿੱਚ ਪਾ ਦਿੰਦੀ ਹੈ। ਮਨ ਹੀ ਮਨ ਡਰ ਜ਼ਰੂਰ ਰਹੀ ਹੈ, ਪਰ ਫਿਰ ਸੋਚਦੀ ਹੈ ਕਿ ਹੁਣ ਤੇ ਕੁਛ ਹੋ ਨਹੀਂ ਸਕਦਾ। ਉਹ ਮੈਨੂੰ ਜ਼ਰੂਰ ਅੰਡਰਸਟੈਂਡ ਕਰੂਗਾ। ਘਰ ਵਾਲਾ ਆਉਂਦਾ, ਪਾਣੀ ਤਾਂ ਨਹੀਂ ਪੀਂਦਾ ਤੇ ਥੋੜ੍ਹੀ ਦੇਰ ਬਾਅਦ ਉਹਦੀ ਨਜ਼ਰ ਪੈਂਦੀ ਹੈ। ਨਜ਼ਰ ਪੈਂਦੀ ਉਸ ਜਗ੍ਹਾ ਦੇ ਉੱਤੇ ਜਿੱਥੇ ਉਹ ਤੋਹਫਾ ਰੱਖਿਆ ਹੁੰਦਾ ਸੀ, ਤੇ ਵੇਖਦਾ ਕਿ ਇਹ ਤੇ ਖਾਲੀ ਹੈ। ਘਰਵਾਲੀ ਦੇ ਉੱਤੇ ਚੀਕਣ ਚਲਾਉਣ ਲੱਗ ਪੈਂਦਾ। ਤੈਨੂੰ ਪਤਾ ਨਹੀਂ, ਇਹ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ। ਆਖਰਕਾਰ ਤੇਰੇ ਕੋਲੋਂ ਟੁੱਟਿਆ ਤੇ ਟੁੱਟਿਆ ਕਿਵੇਂ? ਸਾਂਭ ਕੇ ਨਹੀਂ ਸਫਾਈ ਕਰ ਸਕਦੀ? ਧਿਆਨ ਤੇਰਾ ਕਿੱਥੇ ਸੀ? ਕੋਈ ਵੀ ਕੰਮ ਢੰਗ ਦੇ ਨਾਲ ਤੈਨੂੰ ਨਹੀਂ ਕਰਨਾ ਆਉਂਦਾ। ਘਰਵਾਲੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਨੇ। ਕੁਛ ਵੀ ਬੋਲ ਨਹੀਂ ਸਕੀ। ਹੁਣ ਮੈਨੂੰ ਇਹਨਾਂ ਦੱਸ ਕਿ ਇਹਦੀਆਂ ਕੰਕਰਾਂ ਛੁੱਟੀਆਂ ਕਿੱਥੇ ਨੇ? ਲਿਆ ਕੇ ਦੇ ਦਿੰਦੀ ਹੈ। ਸਾਰੀਆਂ ਇਕੱਠੀਆਂ ਕਰਦਾ, ਬੈਗ ਦੇ ਵਿੱਚ ਪਾਉਂਦਾ ਤੇ ਘਰੋਂ ਚਲਿਆ ਜਾਂਦਾ। ਹੋਰ ਵੀ ਬੁਰਾ ਭਲਾ ਬੋਲਦਾ ਤੇ ਪਿੱਛੋਂ ਘਰਵਾਲੀ ਨੂੰ ਲੱਗਦਾ ਕਿ ਪਤਾ ਨਹੀਂ ਕਿੱਡਾ ਕੁ ਵੱਡਾ ਮੈਂ ਜ਼ੁਲਮ ਕਰ ਦਿੱਤਾ। ਰਸਤੇ ਦੇ ਵਿੱਚ ਜਾਂਦਾ ਸੋਚਦਾ ਜਾ ਰਿਹਾ, ਇਹਨਾਂ ਜਨਾਨੀਆਂ ਦਾ ਕੁਛ ਨਹੀਂ ਹੋ ਸਕਦਾ। ਆਪਣੇ ਘਰ ਵਾਲੇ ਦੀ ਤੇ ਬਿਲਕੁਲ ਵੀ ਇੱਜ਼ਤ, ਬਿਲਕੁਲ ਵੀ ਫਿਕਰ ਨਹੀਂ ਕਰਦੀਆਂ। ਜੇ ਆਪਣੀ ਮਾਂ ਦਾ ਦਿੱਤਾ ਹੁੰਦਾ ਕੋਈ ਤੋਹਫਾ ਹੁੰਦਾ ਨਾ, ਤੇ ਵੇਖ ਕਿੱਦਾਂ ਚੁੰਮ ਕੇ ਰੱਖਦੀ ਸੀ। ਵੇਖ ਕਿੱਦਾਂ ਹਿੱਕ ਨਾਲ ਲਾ ਕੇ ਰੱਖਦੀ ਸੀ। ਮਜਾਲ ਹੈ ਕਿਤੇ ਟੁੱਟ ਜਾਂਦਾ। ਮੇਰੀ ਮਾਂ ਦਾ ਸੀ ਨਾ, ਤਾਂ ਕਰਕੇ ਨਹੀਂ ਸਾਂਭਿਆ। ਮੈਂ ਇਹਦੇ ਨਾਲ ਹੀ ਨਹੀਂ ਰਹਿਣਾ। ਇਹ ਜੇ ਮੇਰੀਆਂ ਚੀਜ਼ਾਂ ਦਾ ਖਿਆਲ ਨਹੀਂ ਰੱਖ ਸਕਦੀ, ਅੱਜ ਤੋਂ ਬਾਅਦ ਮੇਰਾ ਇਹਦੇ ਨਾਲ ਰਿਸ਼ਤਾ ਖਤਮ। ਪਤਾ ਨਹੀਂ ਕੀ ਕਿੱਥੋਂ ਤੱਕ ਸੋਚ ਲਿਆ। ਰਸਤੇ ਦੇ ਵਿੱਚ ਜਾ ਕੇ ਗੱਡੀ ਖਿਲਾਰਦਾ, ਉਹਨਾਂ ਟੁੱਟੀਆਂ ਹੋਈਆਂ ਕੰਕਰਾਂ ਨੂੰ ਵੇਖਦਾ ਤੇ ਮਨ ਦੇ ਵਿੱਚ ਅਚਾਨਕ ਆਉਂਦਾ, ਹੋਵੇ ਨਾ ਤਾਂ ਮੈਂ ਇਹਨਾਂ ਨੂੰ ਗਲੂ ਕਰਕੇ ਵੇਖ ਲਵਾਂ। ਇਹ ਜਾਣਦਾ ਹੈ ਕਿਸੇ ਐਸੇ ਵਿਅਕਤੀ ਨੂੰ ਜਿਹੜਾ ਇਹਦਾ ਬਹੁਤ ਕਰੀਬੀ ਆ ਤੇ ਜਿਹੜਾ ਇੱਦਾਂ ਦੇ ਅੜੇ ਫੜੇ ਕੰਮ ਕਰ ਵੀ ਲੈਂਦਾ। ਉਹਦੇ ਨਾਲੋਂ ਵਧੀਆ ਹੈਂਡੀਮੈਨ ਇਹ ਨਹੀਂ ਜਾਣਦਾ। ਇਹ ਸਾਰੀਆਂ ਕੰਕਰਾਂ ਲੈ ਕੇ ਉਹਦੇ ਕੋਲ ਚਲਿਆ ਜਾਂਦਾ ਤੇ ਜਾ ਕੇ ਦੱਸਦਾ ਹੈ ਕਿ ਮਾਂ ਦਾ ਆਖਰੀ ਤੋਹਫਾ ਟੁੱਟ ਗਿਆ। ਮੈਂ ਬਹੁਤ ਅੱਜ ਦੁਖੀ ਹਾਂ, ਬਹੁਤ ਪਰੇਸ਼ਾਨ ਹਾਂ। ਜੇ ਹੋ ਸਕੇ ਤੇ ਮੈਨੂੰ ਇਹਨਾਂ ਨੂੰ ਗੂੰਦ ਕੋਈ ਲਾ ਕੇ ਜੋੜ ਦੇ। ਉਹ ਦੋਸਤ ਵੀ ਕਿਹਾ ਨਹੀਂ ਮੋੜਦਾ। ਹੌਲੀ ਹੌਲੀ ਕਰਕੇ ਉਹ ਜਿੰਨੀ ਸਮਝ ਪੈਂਦੀ ਹੈ ਉਹਨਾਂ ਟੁਕੜਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਤੇ ਇੱਧਰ ਇਹ ਨਾਲ ਦੀ ਨਾਲ ਬਕੜਵਾ ਕਰੀ ਜਾ ਰਿਹਾ। ਆਪਣੀ ਵਹੁਟੀ ਬਾਰੇ ਬਹੁਤ ਮੰਦਾ ਚੰਗਾ ਬੋਲ ਰਿਹਾ, ਜੋ ਕਿ ਸ਼ਾਇਦ ਉਸ ਮਿੱਤਰ ਨੂੰ ਚੰਗਾ ਵੀ ਨਹੀਂ ਲੱਗ ਰਿਹਾ, ਪਰ ਬਿਨਾਂ ਬੋਲਿਆਂ ਉਹ ਸਾਰਾ ਕੁਝ ਸੁਣ ਰਿਹਾ। ਹੌਲੀ ਹੌਲੀ ਨਾਲੇ ਉਹ ਟੁਕੜੇ ਜੋੜੀ ਜਾਂਦਾ, ਨਾਲੇ ਸੁਣੀ ਜਾਂਦਾ। ਇਹ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ। ਜਦੋਂ ਮੈਂ ਇਹਨੂੰ ਵੇਖਦਾ ਸੀ ਘਰ ਜਾ ਕੇ, ਮੈਨੂੰ ਲੱਗਦਾ ਸੀ ਮੇਰੀ ਮਾਂ ਘਰ ਦੇ ਵਿੱਚ ਹੀ ਹੈ। ਮੈਨੂੰ ਲੱਗਦਾ ਸੀ ਮੇਰੀ ਮਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਤੈਨੂੰ ਪਤਾ, ਇੱਕ ਵਾਰੀ ਬਚਪਨ ਦੇ ਵਿੱਚ ਇਸੇ ਹੀ ਤੋਹਫੇ ਦੀ ਮੇਰੇ ਕੋਲ ਵੀ ਪੂਛ ਟੁੱਟ ਗਈ ਸੀ।
ਆਪਾਂ ਦੋਵਾਂ ਨੇ ਖੇਡਦਿਆਂ ਜਦੋਂ ਬੋਲ ਮਾਰੀ ਤੇ ਉਹ ਬੋਲ ਵੱਜਣ ਦੇ ਕਰਕੇ ਇਹਦੀ ਪੂਛ ਤੇ ਉਦੋਂ ਹੀ ਟੁੱਟ ਗਈ ਸੀ। ਉਦੋਂ ਮੇਰੀ ਮਾਂ ਨੇ ਇਹ ਨਵਾਂ ਲੈ ਕੇ ਆਂਦਾ ਸੀ। ਤੇ ਦੋਸਤ ਨੇ ਇੱਕਦਮ ਆਪਣੇ ਹੱਥ ਰੋਕੇ ਤੇ ਪੁੱਛਿਆ, ਫਿਰ ਕੀ ਕਿਹਾ ਸੀ ਤੇਰੀ ਮਾਂ ਨੇ ਉਦੋਂ? ਤੇ ਉਸੇ ਫਲੋ ਦੇ ਵਿੱਚ ਦੱਸਦਾ ਜਾਂਦਾ, ਮਾਂ ਨੇ ਉਹ ਟੁਕੜਾ ਚੁੱਕਿਆ ਤੇ ਕਿਹਾ, ਬਸ ਤੋੜਤਾ ਹੀ, ਹਾਲੇ ਤੇ 4 ਦਿਨ ਮੇਰੇ ਚਾਅ ਵੀ ਨਹੀਂ ਪੂਰੇ ਹੋਏ, ਤੂੰ ਬਾਲ ਮਾਰੀ ਤੇ ਤੋੜਤਾ। ਤੇ ਮੈਂ ਸ਼ਰਮਿੰਦੇ ਜਿਹੇ ਹੋ ਕੇ ਮਾਂ ਦੇ ਕੋਲੋਂ ਮਾਫੀ ਮੰਗਣੀ ਚਾਹੀ, ਪਰ ਮਾਂ ਨੇ ਘੁੱਟ ਕੇ ਗਲ ਦੇ ਨਾਲ ਲਾ ਲਿਆ ਤੇ ਕਿਹਾ, ਮੈਂ ਤੇ ਤੇਰੇ ਨਾਲ ਹੱਸਦੀ ਹਾਂ। ਇਹ ਤੋਹਫੇ, ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਟੁੱਟਣਗੀਆਂ ਨਹੀਂ ਤੇ ਨਵੀਆਂ ਕਿੱਦਾਂ ਲਿਆਵਾਂਗੇ। ਕੋਈ ਨਹੀਂ ਮੇਰਾ ਪੁੱਤ, ਧਿਆਨ ਦੇ ਨਾਲ ਖੇਡੋ ਤੇ ਬਾਹਰ ਜਾ ਕੇ ਖੇਡ ਲਿਆ ਕਰੋ। ਮੇਰੇ ਲਈ ਤੂੰ ਜ਼ਿਆਦਾ ਜ਼ਰੂਰੀ ਹੈ। ਮੈਂ ਤੈਨੂੰ ਉਦਾਸ ਨਹੀਂ ਵੇਖ ਸਕਦੀ। ਇਹਦੀ ਕਿਹੜੀ ਗੱਲ ਹੈ? ਇਹ ਤੇ ਮੈਂ ਹੋਰ ਲੈ ਆਉਂਗੀ, ਪਰ ਸ਼ਾਇਦ ਮਾਂ ਕੋਲੋਂ ਇੰਨਾ ਸਮਾਂ ਬਚਿਆ ਹੀ ਨਹੀਂ, ਉਹ ਹੋਰ ਨਹੀਂ ਲਿਆ ਸਕੀ। ਪਰ ਮੈਂ ਉਹ ਇੰਨਾ ਕੁ ਮਹਿਸੂਸ ਕੀਤਾ ਸੀ ਕਿ ਉਦੋਂ ਵੀ ਤੂੰ ਮੇਰੀ ਮਦਦ ਕੀਤੀ ਸੀ। ਸ਼ਾਇਦ ਆਪਾਂ ਗਲੂ ਲਾ ਕੇ ਉਹ ਜੋੜ ਦਿੱਤੀ ਸੀ ਉਹਦੀ ਪੂਛ। ਸ਼ਾਇਦ ਕਿਸੇ ਨੂੰ ਨੋਟਿਸ ਹੋਇਆ ਤੇ ਕਿਸੇ ਨੂੰ ਨਹੀਂ ਹੋਇਆ, ਪਰ ਉਹ ਤੋਹਫਾ ਉਹ ਘਰ ਦੇ ਵਿੱਚ ਸ਼ੋ ਪੀਸ ਉਸੇ ਤਰ੍ਹਾਂ ਦੇ ਨਾਲ ਪਿਆ ਰਿਹਾ, ਜੁੜੀ ਪੂਛ ਦੇ ਨਾਲ। ਪੂਛ ਆਪਾਂ ਪਿੱਛੇ ਨੂੰ ਕਰਕੇ ਲੁਕਾ ਜੂ ਦਿੰਦੇ ਸੀ, ਨਾਲ ਹਲਕੀ ਜਿਹੀ ਹੁਣ ਮੁਸਕਰਾਹਟ ਵੀ ਆਈ ਹੈ, ਪਰ ਫਿਰ ਦੁਬਾਰਾ ਤੋਂ ਉੱਧਰ ਵੇਖਦਾ। ਹੁਣ ਤੇ ਨਹੀਂ ਇਹ ਜੁੜ ਸਕਦਾ ਨਾ, ਹੁਣ ਤੇ ਇਹਦੇ ਇੰਨੇ ਛੋਟੇ ਛੋਟੇ ਟੁਕੜੇ ਹੋ ਗਏ। ਤੇ ਦੋਸਤ ਬੋਲਦਾ, ਵੇਖ ਜੁੜ ਤੇ ਜਾਊਗਾ, ਪਰ ਉਹ ਗੱਲ ਨਹੀਂ ਬਣਨੀ ਜੋ ਪਹਿਲਾਂ ਬਣੀ ਸੀ। ਪਰ ਮੈਂ ਤੈਨੂੰ ਇੱਕ ਹੀ ਗੱਲ ਕਹਿਣੀ ਚਾਹੁੰਦਾ, ਤੇਰੀ ਮਾਂ ਨੇ ਬਹੁਤ ਸਹੀ ਗੱਲ ਕਹੀ। ਇਹ ਤੋਹਫੇ ਜੁੜ ਜਾਂਦੇ ਆ, ਪਰ ਰਿਸ਼ਤੇ ਕਦੀ ਟੁੱਟੇ ਨਹੀਂ ਜੁੜਦੇ। ਤੂੰ ਜਿਹੜੇ ਤਰੀਕੇ ਦੇ ਨਾਲ ਭਾਬੀ ਬਾਰੇ ਬੋਲ ਰਿਹਾ ਨਾ, ਇਹ ਤੇ ਗਲਤੀ ਦੇ ਨਾਲ ਕਿਸੇ ਕੋਲੋਂ ਵੀ ਟੁੱਟ ਸਕਦਾ ਸੀ। ਕੱਲ ਨੂੰ ਤੇਰਾ ਵੀ ਹੱਥ ਵੱਜ ਸਕਦਾ ਸੀ, ਮੇਰਾ ਵੀ ਹੱਥ ਕਦੇ ਵੱਜ ਸਕਦਾ ਸੀ ਘਰ ਆਏ ਦਾ। ਉਹ ਤੇ ਵਿਚਾਰੀ ਸਾਫ਼ ਸਫਾਈ ਕਰ ਰਹੀ ਸੀ ਨਾ, ਉਹਦਾ ਕੀ ਦੋਸ਼ ਇਹਦੇ ਵਿੱਚ? ਯਾਦ ਕਰ ਜੋ ਤੂੰ ਹੁਣੇ ਕਿਹਾ। ਇਹ ਸਾਰੀਆਂ ਚੀਜ਼ਾਂ ਦੁਬਾਰਾ ਆ ਜਾਂਦੀਆਂ ਨੇ ਜੇ ਤੇਰੀ ਮਾਂ ਦੀਆਂ ਇਹਦੇ ਵਿੱਚ ਯਾਦਾਂ ਜੁੜੀਆਂ ਨੇ। ਤੇ ਜ਼ਰੂਰੀ ਨਹੀਂ ਹੈ ਕਿ ਇਹਦੇ ਟੁੱਟਣ ਦੇ ਨਾਲ ਤੇਰੀ ਮਾਂ ਤੇਰੇ ਦਿਲ ਦੇ ਵਿੱਚੋਂ ਨਿਕਲ ਗਈ ਹੈ। ਉਹ ਹਮੇਸ਼ਾ ਤੇਰੇ ਮਨ ਦੇ ਵਿੱਚ ਆ। ਤੇ ਜੇ ਤੂੰ ਇਹੀ ਸੋਚਦਾ ਕਿ ਟੁੱਟਣ ਦੇ ਨਾਲ, ਤੇਰੇ ਘਰ ਚੋਂ ਜਾਣ ਦੇ ਨਾਲ ਤੇਰੀ ਮਾਂ ਤੇਰੇ ਮਨ ਚੋਂ ਨਿਕਲ ਜੂਗੀ, ਤੇ ਫਿਰ ਕਸੂਰ ਤੇਰੇ 'ਚ ਹੈ। ਜਿਹੜੇ ਸਾਡੇ ਪਿਆਰੇ ਨੇ, ਉਹ ਚਾਹੇ ਸਾਡੇ ਕੋਲੋਂ ਕਿੰਨੀ ਵੀ ਦੂਰ ਚਲੇ ਜਾਣ, ਚਾਹੇ ਉਹ ਦੁਨੀਆ ਦੇ ਉੱਤੇ ਨਾ ਵੀ ਰਹਿਣ, ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਨੇ, ਤੁਹਾਡੀਆਂ ਯਾਦਾਂ ਦੇ ਵਿੱਚ ਰਹਿੰਦੇ ਨੇ, ਤੁਹਾਡੇ ਨਾਲ ਤੁਹਾਡੇ ਅੰਗ ਸੰਗ ਹੁੰਦੇ ਨੇ। ਇਹ ਤੇ ਸਿਰਫ ਦੁਨਿਆਵੀ ਵਸਤਾਂ ਨੇ। ਇਹਨਾਂ ਦੇ ਟੁੱਟਣ ਦੇ ਨਾਲ ਤੂੰ ਆਪਣੇ ਰਿਸ਼ਤੇ ਦੀ ਅਹਿਮੀਅਤ ਵਧਾਵੇਂਗਾ ਜਾਂ ਘਟਾਵੇਂਗਾ? ਮੈਂ ਨਹੀਂ ਸੀ ਸੋਚਿਆ ਤੂੰ ਇਦਾਂ ਦਾ ਹੋਵੇਂਗਾ। ਤੇ ਹੁਣ ਸ਼ਾਇਦ ਗੱਲ ਉਹਦੇ ਸਮਝ ਪੈ ਵੀ ਰਹੀ ਹੈ ਕਿ ਮੈਂ ਕੁਛ ਜ਼ਿਆਦਾ ਹੀ ਬੋਲ ਦਿੱਤਾ। ਪਤਾ ਨਹੀਂ ਘਰ ਕਿਹੜੇ ਹਾਲਾਤਾਂ ਦੇ ਵਿੱਚ ਹੋਊਗੀ। ਵਾਕਈ ਉਹਨੇ ਜਾਣ ਕੇ ਤੇ ਨਹੀਂ ਤੋੜਿਆ ਹੋਊਗਾ। ਜਾਣ ਕੇ ਤੋੜਨਾ ਹੁੰਦਾ ਤੇ ਇੰਨੇ ਸਾਲ ਹੋ ਗਏ ਨੇ ਵਿਆਹ ਤੋਂ, ਆਉਂਦੀ ਤੋੜ ਦਿੰਦੀ। ਨਾਲੇ ਉਹਨੂੰ ਇਹ ਕੀ ਕਹਿ ਰਿਹਾ? ਮੈਂ ਤੇ ਐਵੇਂ ਦਫ਼ਤਰ ਦਾ ਗੁੱਸਾ ਆ ਕੇ ਘਰ ਉਹਦੇ ਤੇ ਕੱਢ ਦਿੱਤਾ। ਇਹ ਸ਼ੋਪੀਸ ਉੱਥੇ ਛੱਡ ਕੇ ਕਾਲੀ ਦੇ ਨਾਲ ਗੱਡੀ ਲੈ ਕੇ ਘਰ ਆਉਂਦਾ ਤੇ ਆਪਣੀ ਵਹੁਟੀ ਦੇ ਕੋਲੋਂ ਆਪਣੇ ਕੀਤੇ ਦੇ ਲਈ ਮਾਫੀ ਮੰਗਦਾ। ਤੇ ਦੋਵੇਂ ਖੁਸ਼ੀ ਬੈਠ ਕੇ ਚਾਹ ਦਾ ਪਿਆਲਾ ਪੀਂਦੇ ਨੇ। ਇਹ ਤੇ ਨਹੀਂ, ਪਰ ਇਦਾਂ ਦਾ ਰਲਦਾ ਮਿਲਦਾ ਸਾਡੇ ਘਰਾਂ ਦੇ ਵਿੱਚ ਵੀ ਬਹੁਤ ਕੁਛ ਹੁੰਦਾ ਹੋਊਗਾ। ਆਪਸ ਦੇ ਵਿੱਚ ਆਪਾਂ ਬੜਾ ਕੁਛ ਇਦਾਂ ਦਾ ਕਰਦੇ ਹਾਂ। ਆਨੇ ਬਹਾਨੇ ਕਈ ਵਾਰੀ ਗੁੱਸਾ ਕਿਤੇ ਹੋਰ ਹੁੰਦਾ ਤੇ ਕੱਢਣ ਦੀ ਕਿਤੇ ਹੋਰ ਕੋਸ਼ਿਸ਼ ਕਰਦੇ ਹਾਂ। ਆਓ ਕੋਸ਼ਿਸ਼ ਕਰੀਏ ਕਿ ਇਦਾਂ ਦੀਆਂ ਗਲਤੀਆਂ ਦੇ ਨਾਲ ਸਾਡੇ ਘਰਾਂ ਦੇ ਵਿੱਚ ਗੁੱਸੇ ਗਿਲੇ ਰੋਸੇ ਨਾ ਆਉਣ। ਇਹ ਤਾਂ ਹੋਈ ਹਸਬੈਂਡ ਵਾਈਫ ਦੀ ਗੱਲ। ਕਈ ਵਾਰੀ ਆਪਾਂ ਨਿੱਕੀਆਂ ਚੀਜ਼ਾਂ ਦੇ ਕਰਕੇ ਆਪਣੇ ਬੱਚਿਆਂ ਨੂੰ ਵੀ ਡਾਂਟ ਦਿੰਦੇ ਹਾਂ। ਇੰਨਾ ਕੁ ਜ਼ਿਆਦਾ ਆਪਾਂ ਡਾਂਟ ਦਿੰਦੇ ਹਾਂ ਕਿ ਉਹਨਾਂ ਦਾ ਦਿਲ ਹੀ ਤੋੜ ਦਿੰਦੇ, ਤੁਹਾਡੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ। ਆਪਾਂ ਇਹ ਭੁੱਲ ਜਾਂਦੇ ਹਾਂ ਕਿ ਉਹ ਖਿਡੌਣੇ ਜਿਹੜੇ ਆਪਾਂ ਉਹਨਾਂ ਦੇ ਲਈ ਹੀ ਲੈ ਕੇ ਆਉਂਦੇ ਨੇ, ਉਹਨਾਂ ਨੇ ਹੀ ਖੇਡਣਾ ਵਾ,
ਟੁੱਟਣਗੇ ਫਿਰ ਨਵੇਂ ਲੈ ਆਵਾਂਗੇ। ਪਰ ਕਈ ਵਾਰੀ ਆਪਾਂ ਲੋੜੋਂ ਵੱਧ ਕਰ ਜਾਂਦੇ ਹਾਂ। ਕਈ ਵਾਰ ਆਪਾਂ ਇੰਨੀਆਂ ਕੁ ਝਿੜਕਾਂ ਆਪਣੇ ਬੱਚਿਆਂ ਨੂੰ ਮਾਰ ਦਿੰਦੇ ਹਾਂ ਕਿ ਸ਼ਾਇਦ ਉਹਨਾਂ ਦਾ ਉਸ ਖਿਡੌਣੇ ਦੇ ਵਿੱਚ ਬਾਅਦ 'ਚ ਇੰਟਰਸਟ ਹੀ ਨਹੀਂ ਰਹਿੰਦਾ। ਸੋ ਆਓ, ਜੇਕਰ ਇੱਦਾਂ ਦਾ ਕੁਛ ਕਰ ਰਹੇ ਹਾਂ ਤੇ ਅੱਜ ਆਪਾਂ ਇਸ ਕਹਾਣੀ ਤੋਂ ਇਹ ਸਮਝੀਏ ਕਿ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ, ਤੁਹਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਲੋਕਾਂ ਦੀ ਅਹਿਮੀਅਤ ਹੁੰਦੀ ਹੈ, ਵਸਤੂਆਂ ਦੀ ਅਹਿਮੀਅਤ ਨਹੀਂ ਹੁੰਦੀ। ਉਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਟੁੱਟਦੀਆਂ ਰਹਿੰਦੀਆਂ ਨੇ, ਭੱਜਦੀਆਂ ਰਹਿੰਦੀਆਂ ਨੇ। ਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।